ने ਭੁਪਿੰਦਰ ਸਿੰਘ ਮਾਨ ਜਿਹੜੇ ਕੱਲ ਤੱਕ ਸੁਪਰੀਮ ਕੋਰਟ ਦੀ ਕਮੇਟੀ ਦੇ ਮੈਂਬਰ ਸੀ ਸਵੇਰ ਤੱਕ ਪਰ ਦੁਪਹਿਰ ਹੁੰਦਿਆਂ ਉਸ ਕਮੇਟੀ ਤੋਂ ਵੱਖ ਹੋ ਗਏ। ਉਮੇਸ਼ ਇਹਨਾਂ ਨੇ ਹਾਲਾਂਕਿ ਪਹਿਲਾਂ ਵੀ ਆਪਣੀਆਂ ਕੁਝ ਗੱਲਾਂ ਦੱਸੀਆਂ ਸੀ ਪਰ ਇੱਕ ਗੱਲ ਜ਼ਰੂਰ ਇਹਨਾਂ ਦੇ ਕੋਲੋਂ ਜਾਨਣਾ ਚਾਹਾਂਗੇ ਫਿਲਹਾਲ ਕੀ ਇਹਨਾਂ ਦਾ ਸਪਸ਼ਟੀਕਰਨ ਕਾਨੂੰਨਾਂ ਨੂੰ ਲੈ ਕੇ ਹੈ क्योंकि खेती कानूनां ते इन्हां ने कहा सी कि शर्तां दे नाल उन्हां कानूनां दी इह हिमायत करदे ने तां की फिलहाल हुण भी इह शर्तां दे नाल ही कह रहे ने कि कानून लागू हो जाने चाहिए ने सोधां वाली गल ते आंदे ने या फिर रद्द करन वाली गल ते? शुक्रिया अमृत। सब तो पहला क्योंकि न्यूज़ 18 पंजाब ते ਭੁਪਿੰਦਰ ਸਿੰਘ ਮਾਨ जी आए ਸੀਗੇ अपनी पूरी गलबात रखी ਹੁਣ ਸਾਡੇ ਨਾਲ ਲਾਈਵ ਜੁੜੇ ਨੇ। ਮਾਨ ਸਾਹਿਬ ਜਿੱਦਾਂ ਤੁਸੀਂ ਪਹਿਲਾਂ ਗੱਲਬਾਤ ਰੱਖੀ ਹੈ ਸਾਰਾ ਦੱਸਿਆ ਸਿਲਸਿਲੇਵਾਰ ਤੁਹਾਡਾ ਨਾਮ ਆਣਾ ਸੁਪਰੀਮ ਕੋਰਟ ਦੇ ਚੀਫ ਜਸਟਿਸ ਨਾਲ ਤੁਹਾਡੀ ਗੱਲਬਾਤ ਫਿਰ ਤੋਂ ਇਹ ਜਾਣਨਾ ਚਾਹਾਂਗੇ ਜਦੋਂ ਤੁਹਾਡੇ ਕੋਲ ਇਹ ਆਫੀਸ਼ੀਅਲੀ ਲੈਟਰ ਆਇਆ ਆਫੀਸ਼ੀਅਲੀ ਮੈਂ ਵਰਡ ਇਸ ਕਰਕੇ ਯੂਜ਼ ਕਰ ਰਿਹਾ ਕਿਉਂਕਿ ਪਹਿਲਾਂ ਕਈ ਨਾਮ ਆ ਰਹੇ ਸੀਗੇ ਵੱਖ-ਵੱਖ ਲੈਟਰ ਤੁਹਾਡੇ ਕੋਲ ਆਇਆ ਕਦੋਂ ਤੁਸੀਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਨਾਲ ਕੀ ਗੱਲ ਮਤਲਬ ਜਿਹੜੀ ਆਪਸ ਵਿੱਚ ਗੱਲਬਾਤ ਹੋਈ ਹੈ ਉਹ ਪਹਿਲਾਂ ਇੱਕ ਵਾਰ ਦੱਸ ਦਿਓ। ਲੈਟਰ ਮੇਰੇ ਕੋਲ ਆਇਆ 14 ਤਰੀਕ ਨੂੰ ਠੀਕ ਹੈ ਜੀ 12 ਵਜੇ ਸ਼ਾਮ ਦੇ ਬਾਅਦ ਦੁਪਹਿਰੇ। ਇੱਕ ਵਾਰ ਜਰਾ ਕੈਮਰੇ ਵੱਲ ਵੀ ਦਿਖਾ ਦਿਓ ਜਰਾ ਕਿ ਆਪਾਂ ਦਰਸ਼ਕਾਂ ਨੂੰ ਦਿਖਾਣਾ ਚਾਹੁੰਦੇ ਨੇ ਕਿ ਇਹ ਇੱਕ ਜਿਹੜਾ ਲੈਟਰ ਆਫੀਸ਼ੀਅਲ ਹੈਗਾ ਕਿ ਇਹਨਾਂ ਕੋਲ ਆਇਆ ਭੁਪਿੰਦਰ ਸਿੰਘ ਮਾਨ ਜੀ ਉਹਨਾਂ ਕੋਲ ਔਰ ਪੂਰਾ ਇਹਦੇ ਵਿੱਚ ਐਡਰੈਸ ਮੈਂਸ਼ਨ ਹੈਗਾ ਸਾਰਾ ਕੁਝ ਲਿਖਿਆ ਹੈ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਐਗਰੀਕਲਚਰ ਐਂਡ ਡਿਪਾਰਟਮੈਂਟ ਆਫ ਐਗਰੀਕਲਚਰ ਕੋਆਪਰੇਸ਼ਨ ਇਹ ਸਾਰਾ ਕ੍ਰਿਸ਼ੀ ਭਵਨ ਨਿਊ ਦਿੱਲੀ ਡੇਟਡ 13 ਜਨਵਰੀ ਇਹਨਾਂ ਕੋਲ ਰਿਸੀਵਿੰਗ ਹੈਗੀ ਹੈ 14 ਦੀ ਇਹ ਯਾਨੀ ਕਿ ਤੁਹਾਡੇ ਕੋਲ ਕੱਲ ਆਇਆ ਜੀ ਕੱਲ ਮੇਰੇ ਕੋਲ ਆਇਆ 12 ਵਜੇ। ਉਸ ਤੋਂ ਬਾਅਦ ਮੈਂ ਇਹ ਮਹਿਸੂਸ ਕੀਤਾ ਕਿਉਂਕਿ ਮੈਂ ਇਹ ਸਮਝਦਾ ਸਾਂ ਵੀ ਮੈਂ ਆਪਣੇ ਸੈਂਟੀਮੈਂਟਸ ਦੇ ਮੁਤਾਬਕ ਫੈਸਲਾ ਕੀਤਾ ਸੀ ਜੀ ਲੇਕਿਨ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਸਮਝਦਾ ਸਾਂ ਕਿ ਮੇਰੇ ਤੇ ਜ਼ਿੰਮੇਵਾਰੀ ਤੇ ਵਿਸ਼ਵਾਸ ਚੀਫ ਜਸਟਿਸ ਆਫ ਇੰਡੀਆ ਨੇ ਤੇ ਸੁਪਰੀਮ ਕੋਰਟ ਆਫ ਇੰਡੀਆ ਨੇ ਮੇਰੇ ਜਿਤਾਇਆ ਹੈ ਤੇ ਮੈਂ ਕੁਝ ਵੀ ਕਰਨ ਤੋਂ ਪਹਿਲਾਂ ਉਹਨਾਂ ਦੇ ਨਾਲ ਗੱਲ ਕਰਨੀ ਆਪਣੇ ਜ਼ਰੂਰੀ ਸਮਝਦਾ ਸਾਂ ਤੇ ਇਸ ਕਰਕੇ ਮੈਂ ਉਸ ਵੇਲੇ ਮਿਲਣ ਤੋਂ ਬਾਅਦ ਉਸੇ ਵੇਲੇ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲ ਕਰਨ ਦੀ। ਥੋੜੀ ਦੇਰ 'ਚ ਮੇਰੀ ਗੱਲ ਮੈਂ ਕਨੈਕਟ ਹੋ ਸਕਿਆ। ਮੈਂ ਉਹਨਾਂ ਨੂੰ ਆਪਣੀ ਪੋਜੀਸ਼ਨ ਦੱਸੀ ਕਿ ਉਹਨਾਂ ਨੂੰ ਦੱਸ ਕੇ ਮੈਂ ਉਹਨਾਂ ਕੋਲੋਂ ਖਿਮਾ ਜਾਚਕਾ ਕੀਤੀ ਮੈਂ ਇਹਦੇ 'ਚੋਂ ਪਾਸੇ ਹੋਣਾ ਚਾਹੁੰਦਾ ਠੀਕ ਹੈ। ਉਸ ਤੋਂ ਬਾਅਦ ਇਹ ਘੰਟੇ ਦੇ ਵਿੱਚ ਸਾਰਾ ਕੁਝ ਇਹ ਕਰਕੇ ਮੈਂ ਉਹਨਾਂ ਨੂੰ ਲਿਖ ਦਿੱਤਾ ਤੇ ਮੈਂ ਪ੍ਰੈਸ ਨੂੰ ਰਿਲੀਜ਼ ਕਰ ਦਿੱਤਾ ਵੀ ਹੁਣ ਮੈਂ ਗੱਲ ਕਰ ਸਕਦਾ ਕਿਉਂਕਿ ਉਸ ਤੋਂ ਪਹਿਲਾਂ ਜਦੋਂ 12 ਤੋਂ ਆਨਵਰਡਸ ਮੈਨੂੰ ਪ੍ਰੈਸ ਕਹਿੰਦੀ ਰਹੀ ਹੈ ਤੁਸੀਂ ਕੋਈ ਆਪਣਾ ਪ੍ਰਤੀਕਰਮ ਦਿਓ ਮੈਂ ਕੀ ਦਿਆਂ ਜਦੋਂ ਮੈਂ ਹੈ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਕੋਈ ਹਵਾ 'ਚ ਹੈ ਗੱਲ ਐਵੇਂ ਹੀ ਗੱਲਾਂ ਨੇ ਕਦੀ ਕੋਈ ਨਾ ਸੀ ਕਦੀ ਕੋਈ ਨਾ ਸੀ। ਉਹ ਅਖੀਰ ਵਿੱਚ ਜਦੋਂ ਵਿਸ਼ਲੀ ਮੇਰੇ ਕੋਲ ਆਇਆ ਤੇ ਮੈਂ ਉਸੇ ਵੇਲੇ ਇਹਦੇ ਤੇ ਆਪਣਾ ਫੈਸਲਾ ਲਿਆ ਔਰ ਫੈਸਲਾ ਲੈ ਕੇ ਮੈਂ ਤੁਹਾਨੂੰ ਦੱਸ ਦਿੱਤਾ ਔਰ ਉਸ ਤੋਂ ਬਾਅਦ ਮੈਂ ਮੀਡੀਆ ਦੇ ਸਾਹਮਣੇ ਆ। ਇੱਕ ਗੱਲ ਇਹਦੇ ਵਿੱਚ ਇਹ ਵੀ ਇਮਾਨ ਸਾਹਿਬ ਕਿ ਜਦੋਂ ਨਾ ਚੱਲੇ ਸੀਗੇ ਤੁਹਾਡੇ ਤੋਂ ਪੁੱਛਾ ਕੰਸੈਂਟ ਵੀ ਜ਼ਰੂਰੀ ਹੁੰਦੀ ਹੈ ਕਿ ਪੁੱਛਿਆ ਗਿਆ ਸੀਗਾ? ਮੇਰੇ ਕੋਲ ਕੋਈ ਇਸ ਤਰ੍ਹਾਂ ਦੀ ਨਹੀਂ ਗੱਲ ਚੀਫ ਜਸਟਿਸ ਨੇ ਆਪਣੇ ਆਪ ਹੀ ਕੀਤਾ ਉਹਨਾਂ ਨੇ ਸਾਰਾ ਇਹ ਕਰਕੇ ਇਹ ਕਿਤੇ ਉਹਨਾਂ ਕੋਲ ਲਿਸਟ ਹੋਏਗੀ ਜਿਸ ਤਰ੍ਹਾਂ ਵੀ ਇਹ ਉਹਨਾਂ ਨੂੰ ਪਤਾ ਹੋਏਗਾ ਮੈਂ ਇਹਦੇ ਤੇ ਕਮੈਂਟ ਨਹੀਂ ਕਰ ਸਕਦਾ ਔਰ ਲੇਕਿਨ ਇਸ ਗੱਲ ਦਾ ਮੈਨੂੰ ਹੈ ਕਿ ਜੇ ਮੇਰੇ ਤੋਂ ਚੀਫ ਜਸਟਿਸ ਨੇ ਕਿਸੇ ਤਰੀਕੇ ਨਾਲ ਵੀ ਮੈਨੂੰ ਕਿਦੋਂ ਪੈਨਲ ਵਿੱਚ ਲਿਆਂਦਾ ਵਿਸ਼ਵਾਸ ਕਰਕੇ ਲਿਆਂਦਾ ਤੇ ਮੈਨੂੰ ਇਹ ਉਸ ਵੇਲੇ ਚੰਗਾ ਲੱਗਾ ਸੀ। ਮੈਂ ਉਸ ਤੋਂ ਬਾਅਦ ਇਹ ਛੱਡਣ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਕੇ ਉਹਨਾਂ ਕੋਲ ਖਿਮਾ ਜਾਚਨਾ ਕਰਕੇ ਗੱਲ ਕੀਤੀ ਕਿਉਂਕਿ ਇਹ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਤੁਸੀਂ ਸੁਧਾਰਾਂ ਦੇ ਪੈਰੋਕਾਰ ਵੀ ਰਹੇ ਹੋ ਕਿ ਸੁਧਾਰ ਹੋਣੇ ਚਾਹੀਦੇ ਚਾਹੇ ਕਿਸਾਨੀ ਰਿਫਾਰਮਸ ਦੀ ਗੱਲ ਤੁਸੀਂ ਖੁਦ ਕਿਸਾਨ ਹੋ ਮੰਨਦੇ ਹੋ ਕਿ ਬਿੱਲਾਂ ਵਿੱਚ ਸੋਧ ਚਾਹੀਦਾ ਹੈ ਜਾਂ ਇਹ ਬਿੱਲ ਰੱਦ ਹੋਣੇ ਚਾਹੀਦੇ ਜਾਂ ਕੁਝ ਸੁਧਾਰ ਕੀ ਲੱਗਦਾ ਤੁਹਾਨੂੰ ਐਜ਼ ਏ ਕਿਸਾਨ ਵੀ ਐਜ਼ ਏ ਲੀਡਰ ਵੀ ਕਿਉਂਕਿ ਤੁਸੀਂ ਲੰਬੇ ਟਾਈਮ ਤੋਂ ਇੱਕ ਭਾਰਤੀ ਕਿਸਾਨੀ ਨਾਲ ਜੁੜੇ ਵੀ ਰਹੇ ਹੋ ਕੀ ਲੱਗਦਾ ਕਿ ਸੋਧ ਸੀਗੇ ਜਾਂ ਐਜ਼ ਏ ਭੁਪਿੰਦਰ ਮਾਨ ਦਾ ਆਪਣਾ ਮਾਈਂਡਸੈਟ ਕੀ ਹੈ ਕਿ ਮੈਂ ਜੇ ਕੁਝ ਗੱਲ ਕਰਤੀ ਵੀ ਹਾਂ ਇਹ ਬਿੱਲ ਥੋੜੇ ਬਹੁਤੇ ਠੀਕ ਨੇ ਤੇ ਦੁਨੀਆ ਹੀ ਤੁਹਾਡੇ ਉਲਟ ਹੋਗੀ? ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਿ ਮੈਂ ਕੋਈ ਵੀ ਕਿਉਂਕਿ ਇਸ ਵੇਲੇ ਜਦੋਜਹਿਦ ਚੱਲਦੀ ਪਈ ਹੈ ਐਜੀਟੇਸ਼ਨ ਹੈ ਬੜੀ ਤੇਜ਼ ਹੈ ਮੈਂ ਕੋਈ ਵੀ ਗੱਲ ਉਹ ਨਹੀਂ ਕਰਨੀ ਚਾਹੁੰਦਾ ਜਿਹਦੇ ਨਾਲ ਮੈਂ ਅੱਜ ਤੱਕ ਕੀਤੀ ਵੀ ਨਹੀਂ ਜਿਹਦੇ ਨਾਲ ਜਦੋਜਹਿਦ ਨੂੰ ਐਜੀਟੇਸ਼ਨ ਨੂੰ ਕੋਈ ਮਾੜਾ ਮੋਟਾ ਵੀ ਸੂਈ ਦੇ ਨੱਕੇ ਤੇ ਪਾਉਣ ਜੋਗਾ ਵੀ ਨੁਕਸਾਨ ਹੋ ਸਕਦਾ ਹੋਵੇ ਮੇਰੇ ਹਿਸਾਬ ਵਿੱਚ ਇਸ ਕਰਕੇ ਮੈਂ ਇਹਦੇ ਸੰਬੰਧ ਵਿੱਚ ਕੋਈ ਗੱਲ ਕਰਾਂ ਚਲਦੀ ਐਜੀਟੇਸ਼ਨ ਦੇ ਵਿੱਚ ਠੀਕ ਨਹੀਂ ਹੋਏਗਾ। ਬਿਲਕੁਲ ਕਾਂਗਰਸ ਵਾਲਿਆਂ ਤੇ ਇਹ ਵੀ ਕਹਿਤਾ ਸੀ ਜੀ ਕਿ ਜੀ ਮਾਨ ਸਾਹਿਬ ਤੁਸੀਂ ਕਾਂਗਰਸ ਸਿਲੈਕਟ ਕਰ ਲਓ ਐਮਪੀ ਦਾ ਵੀ ਉਹਨਾਂ ਦਾ ਬਿਆਨ ਆਇਆ ਜਾਂ ਤੁਸੀਂ ਕਮੇਟੀ ਦੇਖ ਲਓ
ਤੁਸੀਂ ਕਿਹਾ ਕਿ ਮੈਂ ਤਾਂ ਕਿਸੇ ਪਾਰਟੀ ਦਾ ਨਹੀਂ। ਜੀ ਮੈਂ ਬਿਲਕੁਲ, ਮੈਂ ਹੁਣ ਵੀ ਕਹਿਣਾ, ਮੈਂ ਤੇ ਬੜੇ ਅੰਦਾਜ਼ ਨਾਲ ਕਹਿਣਾ ਕਿ 1939 ਦਾ ਮੇਰਾ ਬਰਥ ਹੈ। 1939 ਤੋਂ ਲੈ ਕੇ ਅੱਜ ਤੱਕ ਮੈਂ ਕਿਸੇ ਪੋਲੀਟੀਕਲ ਪਾਰਟੀ ਦਾ ਮੈਂਬਰ ਨਹੀਂ, ਕਿਸੇ ਪੋਲੀਟੀਕਲ ਪਾਰਟੀ ਦਾ ਆਫਿਸ ਬੀਰਰ ਨਹੀਂ, ਕਿਸੇ ਪੋਲੀਟੀਕਲ ਪਾਰਟੀ 'ਚੋਂ ਮੇਰਾ ਕੁਝ ਨਹੀਂ। ਇਸ ਕਰਕੇ ਕੋਈ ਮੇਰਾ ਖਿਆਲ ਹੈ ਇਨਫੋਰਮੇਸ਼ਨ ਜਿਹੜੀ ਉਹਨੂੰ ਕਰੈਕਟ ਕਰਨਾ ਚਾਹੀਦਾ, ਜਿਹੜੇ ਵੀ ਇਸ ਤਰ੍ਹਾਂ ਕਰਦੇ ਨੇ। ਬੜੇ ਨਿਸ਼ਾਨੇ ਵੀ ਸਾਧੇ ਗਏ, ਜਿੱਦਾਂ ਹੀ ਨਾਮ ਚੱਲਿਆ ਆਇਆ ਤੁਹਾਡੇ ਕੋਲ ਆਫੀਸ਼ੀਅਲ ਆ ਗਿਆ। ਤੁਹਾਨੂੰ ਕੀ ਲੱਗਦਾ ਕਿ ਇੱਕ ਤੁਹਾਡਾ ਐਡਾ ਲੰਬਾ ਕੈਰੀਅਰ ਵੀ ਰਿਹਾ, ਤੁਸੀਂ ਐਮਪੀ ਵੀ ਰਹੇ ਹੋ ਰਾਜ ਸਭਾ ਦੇ, ਕਿ ਕੁਝ ਅਗ ਆਪਣੇ ਵਿਚਾਰ ਵੀ, ਕਈ ਨਿੱਜੀ ਵਿਚਾਰ ਵੀ ਹੋ ਸਕਦੇ ਨੇ ਬਿੱਲਾਂ ਨੂੰ ਲੈ ਕੇ, ਇੰਨਾ ਪ੍ਰੈਸ਼ਰ ਪੈ ਗਿਆ ਕਿ ਤੁਹਾਨੂੰ ਹਟਣਾ ਪਿਆ? ਨਹੀਂ, ਪ੍ਰੈਸ਼ਰ ਵਾਲੀ ਕੋਈ ਗੱਲ ਨਹੀਂ, ਬਿਲਕੁਲ ਕੋਈ ਗੱਲ ਨਹੀਂ, ਕੋਈ ਪ੍ਰੈਸ਼ਰ ਨਹੀਂ। ਵਿਚਾਰ ਹੈ ਨੇ, ਹੁੰਦੇ ਨੇ, ਹਰ ਇੱਕ ਦੇ ਹੁੰਦੇ ਨੇ, ਲੇਕਿਨ ਉਹਨਾਂ ਵਿਚਾਰਾਂ ਨੂੰ ਇਸ ਵੇਲੇ ਜਿੱਦਾਂ ਦੇ ਸੈਂਟੀਮੈਂਟਸ ਨੇ ਉਹਨਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹਨਾਂ ਵਿਚਾਰਾਂ ਉੱਤੇ ਗੱਲ ਕਰਨੀ ਕੋਈ ਤੁੱਕ ਨਹੀਂ ਬਣਦੀ, ਕਿਉਂਕਿ ਇਸ ਵੇਲੇ ਐਜੀਟੇਸ਼ਨ ਜਿਹੜੀ ਚੱਲਦੀ ਪਈ ਹੈ ਉਹਦੇ ਸੰਬੰਧ ਵਿੱਚ ਕੁਝ ਵੀ ਕਰਨੀ ਉਹ ਮੇਰੇ ਡੋਮੇਨ ਵਿੱਚ ਨਹੀਂ ਹੈ। ਕੀ ਦੇਖਦੇ ਹੋ ਇਸ ਐਜੀਟੇਸ਼ਨ ਦਾ ਫਿਊਚਰ? ਕੀ ਦੇਖਦੇ ਹੋ? ਕਮੇਟੀ ਬਣਾਈ ਗਈ ਸੀਗੀ, ਹੁਣ ਤੁਸੀਂ ਕਮੇਟੀ 'ਚ ਨਹੀਂ ਹੋ, 3 ਮੈਂਬਰ ਰਹਿ ਗਏ ਨੇ, ਕਿੱਦਾਂ ਲੱਗਦਾ? ਵੱਡਾ ਤੁਹਾਡਾ ਕੈਰੀਅਰ ਵੀ ਰਿਹਾ, ਕਿਸਾਨੀ ਸੰਘਰਸ਼ ਦੀ ਆਪਾਂ ਗੱਲ ਕਰੀਏ, ਉਹ ਦੌਰ ਵੀ ਆ ਜਾਂਦਾ, ਤੁਸੀਂ ਟਰਾਲੀ ਲੈ ਕੇ ਵੀ ਤੁਰ ਪਏ ਸੀ, ਉਹ ਯਾਦ ਹੈ ਸਾਰਿਆਂ ਦੇ। ਕੀ ਲੱਗਦਾ ਕਿ ਫਿਊਚਰ ਕੀ ਹੈ, ਕਿੱਦਾਂ ਹੱਲ ਕਿੱਦਾਂ ਨਿਕਲੇਗਾ? ਮੈਨੂੰ ਲੱਗਦਾ ਹੈ ਕਿ ਲੀਡਰਸ਼ਿਪ ਜਿਹੜੀ ਹੈ ਨਾ ਅੰਦੋਲਨ ਦੀ, ਉਹ ਬੜੀ ਸਿਆਣੀ ਹੈ, ਤਜਰਬੇਕਾਰ ਹੈ, ਸੂਝਵਾਨ ਹੈ। ਇਹ ਉਹਨਾਂ ਨੇ ਜੋ ਉਹਨਾਂ ਨੇ ਸੋਚਿਆ ਹੋਏਗਾ ਉਹ ਠੀਕ ਸੋਚਿਆ ਹੋਏਗਾ, ਤੇ ਅਲਟੀਮੇਟਲੀ ਇਹ ਸਾਰੀਆਂ ਇਹ ਜਥੇਬੰਦੀਆਂ ਤੇ ਗਵਰਨਮੈਂਟ ਆਫ ਇੰਡੀਆ ਬਾਕੀ ਸਟੇਟ ਗਵਰਨਮੈਂਟਸ ਨਾਲ ਅਕਸਰ ਕੋਈ ਨਾ ਕੋਈ ਤਾਲਮੇਲ ਕਰਕੇ ਇਹ ਪੂਰਾ ਹੱਲ ਕਰ ਲੈਣਗੇ। ਇੱਕ ਲਾਸਟ ਸਵਾਲ ਸਰ, ਕਿ ਕਿਸਾਨਾਂ ਨੇ ਤਾਂ ਕਿਹਾ ਸੀ ਅਸੀਂ ਕਮੇਟੀ ਵੱਲ ਨਹੀਂ ਜਾਣਾ, ਤੁਸੀਂ ਜੇ ਕਮੇਟੀ ਮੈਂਬਰ ਹੁੰਦੇ, ਹਾਲਾਂਕਿ ਹਲੇ ਨਹੀਂ ਹੋ, ਹੁੰਦੇ, ਪੰਜਾਬ ਦਾ ਇੱਕ ਬੰਦਾ ਕਮੇਟੀ ਦਾ ਮੈਂਬਰ ਹੋਏ, ਕੀ ਲੱਗਦਾ ਸੀਗਾ ਥੋੜਾ ਜਿਹਾ ਗੱਲ ਅੱਗੇ ਤੁਰਦੀ? ਔਖਾ ਹੈ ਕਹਿਣਾ, ਕਿਉਂਕਿ ਕਮੇਟੀ ਵਿੱਚ ਜਾਣਾ ਨਹੀਂ ਜਦੋਂ, ਤੇ ਕਮੇਟੀ ਦਾ ਤੇ ਇਹ ਸਾਰੇ ਜਥੇਬੰਦੀਆਂ ਕਹਿੰਦੇ ਸੀ, ਅੰਦੋਲਨਕਾਰੀ ਮੇਰੇ ਵੀਰ ਕਿਸਾਨ ਸਤਿਕਾਰਯੋਗ, ਉਹ ਕਹਿੰਦੇ ਸੀ ਅਸੀਂ ਨਹੀਂ ਜਾਣਾ, ਤੇ ਇਸ ਕਰਕੇ ਮੈਂ ਸਮਝਦਾ ਸਾਂ ਕਿ ਜਦੋਂ ਉੱਥੇ ਜਾਣਾ ਨਹੀਂ ਤਾਂ ਉਸ ਕਮੇਟੀ ਦਾ ਕੋਈ ਬਹੁਤਾ ਰੋਲ ਨਹੀਂ ਰਹਿ ਜਾਂਦਾ। ਕੋਈ ਜ਼ਿਆਦਾ ਤੁਹਾਨੂੰ ਲੱਗਦਾ ਕਿ ਕੋਈ ਰੋਲ ਇੰਨਾ ਇੰਪੋਰਟੈਂਟ ਨਹੀਂ ਰਹਿ ਜਾਂਦਾ? ਨਹੀਂ ਹੈ ਨਹੀਂ। ਇਸ ਕਰਕੇ ਜਦੋਂ ਮੈਂ ਸਮਝਦਾ ਸਾਂ ਵੀ ਜਦੋਂ ਉਸ ਕਮੇਟੀ ਦੇ ਜੋ ਜ਼ਿੰਮੇਵਾਰੀ ਕਮੇਟੀ ਨੂੰ ਦਿੱਤੀ ਹੈ ਵੀ ਗੱਲਬਾਤ ਕਰੋ, ਗੱਲ ਸਮਝਣ ਦੀ ਕੋਸ਼ਿਸ਼ ਕਰੋ, ਤੇ ਜਦੋਂ ਉਹ ਕਮੇਟੀ ਦੇ ਨਾਲ ਗੱਲ ਹੀ ਨਾ ਹੋਵੇ ਤੇ ਫਿਰ ਉਹ ਕਮੇਟੀ ਦਾ ਰੋਲ ਕੀ ਰਹਿ ਗਿਆ? ਕਿੱਥੇ ਦੇਖਦੇ ਹੋ ਇਸ ਆਪਣੇ ਜੇ ਤੁਹਾਡਾ ਐਕਸਪੀਰੀਅੰਸ ਆਪਾਂ ਦੇਖੀਏ, ਆਪਣੇ ਐਕਸਪੀਰੀਅੰਸ ਨਾਲ ਐਜੀਟੇਸ਼ਨ ਪਹਿਲਾਂ ਵੀ ਬਹੁਤ ਹੁੰਦੀਆਂ ਸੀਗਾ, ਇਹ ਸਭ ਤੋਂ ਅਲੱਗ ਤੇ ਵੱਖਰੀ ਹੈ। ਕੀ ਦੇਖਦੇ ਹੋ ਕਿ ਗੱਲ ਤਾਂ ਅੜ ਗਈ ਹੈ, ਰੱਦ ਤੇ ਨਹੀਂ, ਇਹ ਗੱਲ ਤੇ ਅੜੀ ਹੋਈ ਹੈ? ਮੇਰਾ ਖਿਆਲ ਹੈ, ਮੈਂ ਫਿਰ ਉਹੀ ਤੁਹਾਨੂੰ ਦੱਸਾਂਗਾ ਕਿ ਜਿਹੜੀ ਲੀਡਰਸ਼ਿਪ ਹੈ ਉਹਨੇ ਜਿਹੜਾ ਇਹ ਸਟੈਂਡ ਲਿਆ, ਉਹਦੇ ਜ਼ਰੂਰ ਉਹਨਾਂ ਨੇ ਸੂਝ-ਬੂਝ ਨਾਲ, ਸਿਆਣਪ ਨਾਲ ਉਹਨਾਂ ਨੇ ਆਪਣਾ ਸੋਚ ਵਿਚਾਰ ਕੇ ਲਿਆ ਹੋਏਗਾ। ਐਵੇਂ ਉਹ ਇਦਾਂ ਦੀ ਲੀਡਰਸ਼ਿਪ ਨਹੀਂ ਹੈਗੀ, ਬੜੀ ਸੂਝਵਾਨ ਲੀਡਰਸ਼ਿਪ ਹੈ, ਤਜਰਬੇਕਾਰ ਹੈ। ਉਹ ਜੋ ਕਰ ਰਹੇ ਹੋਣਗੇ ਅਕਸਰ ਉਹਨਾਂ ਦੇ ਮਨ ਵਿੱਚ ਕੋਈ ਨਾ ਕੋਈ ਬਲੂਪ੍ਰਿੰਟ ਹੋਏਗਾ। ਪਰ ਇਹ ਵੀ ਗੱਲ ਹੈ ਕਿ ਗੱਲ ਤੁਰਦੀ ਰਹਿਣੀ ਚਾਹੀਦੀ ਹੈ, ਕਿਉਂਕਿ ਗੱਲਬਾਤ ਦਾ ਸਿਲਸਿਲਾ ਉਹ ਤੋਰ ਰਹੇ ਨੇ, ਗੱਲਬਾਤ ਕਿਤੇ ਨਾ ਕਿਤੇ ਤੇ ਤੋਰ ਹੀ ਰਹੇ ਨੇ ਗੱਲਬਾਤ। ਮੈਨੂੰ ਲੱਗਦਾ ਇਹ ਤੇ ਉਹਨਾਂ ਵੈਸੇ ਮੈਨੂੰ ਜੋ ਮੀਡੀਆ ਦੇ ਰਾਹੀਂ ਤੇ ਵੇਖਿਆ ਪਤਾ ਲੱਗਦਾ ਤੋਰ ਰਹੇ ਨੇ, ਚੰਗੀ ਤਰ੍ਹਾਂ ਤੋਰ ਰਹੇ ਨੇ। ਇੱਕ ਇਹ ਵੀ ਸਵਾਲ ਹੈ, ਤੁਸੀਂ ਹੁਣੇ ਕਿਹਾ ਸੀਗਾ ਸਾਡੇ ਨਾਲ ਹੀ ਕਿ ਮੇਰੇ ਆਪਣੇ ਨੇ, ਸਾਰੇ ਮੇਰੇ ਆਪਣੇ ਨੇ। ਉਹ ਪ੍ਰੈਸ ਕਾਨਫਰੰਸ ਹੋਈ ਪੰਜਾਬ ਵਿੱਚ, ਕਿਹਾ ਗਿਆ ਕਿ ਮਾਨ ਸਾਹਿਬ ਨੂੰ ਅਸੀਂ ਹੁਣ ਆਪਣੇ ਨਾਲ ਨਹੀਂ ਰੱਖਣਾ, ਬਾਹਰ ਕਰਤਾ। ਇਹ ਨਾਰਾਜ਼ਗੀ ਹੋਈ ਹੈ, ਇਹਨੂੰ ਕਿੱਦਾਂ ਦੇਖਦੇ? ਇਹ ਸਾਰੇ ਆਪਣੇ ਨੇ, ਉਹਨਾਂ ਦੇ ਆਪਣੇ ਸੈਂਟੀਮੈਂਟਸ ਹੋਣਗੇ, ਕਿਸੇ ਕਿਸਮ ਦੀ ਉਹਨਾਂ ਨੂੰ ਕੋਈ ਸ਼ੱਕ ਸ਼ੁਬੇ ਹੋਣਗੇ, ਤੇ ਉਹਨਾਂ ਨੇ ਇਹ ਸੋਚਿਆ ਤੇ ਕੋਈ ਨਹੀਂ, ਮੇਰੇ ਆਪਣੇ ਨੇ, ਮੈਨੂੰ ਕੋਈ ਕਿਸੇ ਨਾਲ ਕੋਈ ਗਿਲਾ ਨਹੀਂ, ਮੇਰਾ ਪਰਿਵਾਰ ਹੈ, ਮੇਰਾ ਉਹ ਹੀ ਪਰਿਵਾਰ ਨਹੀਂ, ਬਾਕੀ ਵੀ ਸਾਰਾ ਅੰਦੋਲਨਕਾਰੀ ਤੇ ਬਾਕੀ ਕਿਸਾਨ ਸਾਰਾ ਸਾਡਾ ਇੱਕ ਕਿਸਾਨ ਪਰਿਵਾਰ ਹੈ। ਮੇਰੇ ਉਸ ਤੋਂ ਅੱਗੇ ਚੱਲ ਕੇ ਮੈਂ ਸਮਾਜ ਦੇ ਵੀ ਇੱਕ ਸਮਾਜ ਸਾਰਾ ਸਾਡਾ ਪਰਿਵਾਰ ਹੀ ਹੈ, ਉਹਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ। ਛੋਟੀਆਂ ਮੋਟੀਆਂ ਹੋ ਜਾਂਦੀਆਂ ਨੇ, ਕਿਸੇ ਵੇਲੇ ਹੋਈਆਂ ਹੋਣਗੀਆਂ, ਕੋਈ ਗੱਲ ਨਹੀਂ, ਪਰਿਵਾਰ ਸਾਡਾ ਇੱਕ ਹੀ ਹੈ। ਹੁਣ ਤੁਸੀਂ ਕਮੇਟੀ 'ਚ ਨਹੀਂ ਹੋ, ਲੱਗਦਾ ਕਿ ਗਿਲਾ ਸ਼ਿਕਵਾ ਜਿਹੜਾ ਤੁਹਾਡੇ ਆਪਸ 'ਚ ਪਰਿਵਾਰ ਹੋਇਆ, ਤੁਹਾਡੇ ਨਾਲ ਕੋਈ ਗੱਲਬਾਤ ਜਾਂ ਕੋਈ ਮੈਸੇਜ ਆਇਆ? ਨਹੀਂ, ਗਿਲਾ ਸ਼ਿਕਵਾ ਕੋਈ ਐਸੀ ਬਿਲਕੁਲ ਵੀ ਮੈਨੂੰ ਕੋਈ ਨਹੀਂ, ਹੋ ਜਾਣਗੇ ਠੀਕ, ਹੋ ਜਾਣਗੇ ਕੋਈ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਸਰ। ਬਹੁਤ ਮਿਹਰਬਾਨੀ।
ਤਾਂ ਅੰਮ੍ਰਿਤ ਬੜੀ ਖੁੱਲ ਕੇ ਆਪਣੀ ਗੱਲ ਰੱਖੀ ਹੈ, ਆਪਣੇ ਵਿਚਾਰ ਵੀ ਰੱਖੇ ਨੇ, ਬੜੀ ਕਲੈਰਿਟੀ ਨਾਲ ਇਹ ਗੱਲ ਕਹੀ ਹੈ ਕਿ ਜਿਹੜਾ ਵੀ ਕੋਈ ਇਦਾਂ ਜਿਹੜੇ ਹਾਲਾਤ ਹੋਏ, ਇਹ ਕਾਗਜ਼ ਵੀ ਦੱਸਿਆ, ਰਿਸੀਵਿੰਗ ਹੋਈ ਨਾਲੇ ਨਾਲ। ਉਮੇਸ਼, ਇੱਕ ਹੋਰ ਸਵਾਲ ਹੈ ਜੇਕਰ ਤੁਸੀਂ ਇਹਨਾਂ ਦੇ ਕੋਲ ਕਰ ਸਕੋ, ਕਿਉਂਕਿ ਵਿਰੋਧ ਇਹਨਾਂ ਦਾ ਜਦੋਂ ਹੋਣਾ ਸ਼ੁਰੂ ਹੋਇਆ ਉਸ ਦੇ ਵਿੱਚ ਇੱਕ ਚਿੱਠੀ ਦਾ ਵੀ ਬੜਾ ਜ਼ਿਕਰ ਸੀ, ਕਿਉਂਕਿ ਇਹਨਾਂ ਦੇ ਵੱਲੋਂ ਖੇਤੀਬਾੜੀ ਮੰਤਰੀ ਨੂੰ ਜੋ ਚਿੱਠੀ ਲਿਖੀ ਗਈ ਉਸ ਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਸੀ। ਤਾਂ ਕੀ ਲੱਗਦਾ ਹੈ ਭੁਪਿੰਦਰ ਸਿੰਘ ਮਾਨ ਨੂੰ ਕਿ ਜੇ ਇਹਨਾਂ ਦਾ ਵਿਰੋਧ ਹੋ ਰਿਹਾ ਹੈ, ਉਹ ਵਿਰੋਧ ਇਹਨਾਂ ਨੇ ਆਪ ਹੀ ਸਹੇੜਿਆ ਸੀ, ਤੇ ਜਦੋਂ ਚਿੱਠੀ ਲਿਖੀ ਗਈ ਸੀ ਉਸ ਦੇ ਵਿੱਚ ਕੀ ਕੁਝ ਇਹਨਾਂ ਨੇ ਲਿਖਿਆ ਸੀ, ਇਹਨਾਂ ਦੇ ਕੋਲੋਂ ਪੁੱਛ ਸਕਦੇ ਹੋ? ਬਿਲਕੁਲ। ਇੱਕ ਸਵਾਲ ਇਹ ਵੀ ਹੈ ਕਿ ਸਰ ਜਿਹੜੀ ਚਿੱਠੀ ਲਿਖੀ ਗਈ ਸੀ ਖੇਤੀਬਾੜੀ ਮੰਤਰੀ ਨੂੰ, ਉਹਦਾ ਵੀ ਕਾਫੀ ਵਿਰੋਧ ਹੋਇਆ ਸੀ। ਉਹ ਜਿਹੜੀ ਚਿੱਠੀ ਲਿਖੀ ਗਈ ਸੀ ਉਹ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਹੈ, ਸਾਡੇ ਸਾਰੇ ਸੂਬਿਆਂ ਦੀ ਬੋਡੀ ਹੈ। ਉਸ ਬਾਡੀ ਵਿੱਚ ਜਿਹੜੇ ਸਾਡੇ ਕੋਈ ਉਸ ਵੇਲੇ ਦੇ ਜਨਰਲ ਸਕੱਤਰ ਜਾਂ ਜਿਹੜੇ ਵੀ ਹੈ ਨੇ, ਉਹ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਉਹ ਕੀਤੀ। ਉਹਦੇ 'ਚ ਨਾ ਮੇਰੇ ਕਿਤੇ ਦਸਖਤ ਸੀ ਨਾ ਕੋਈ ਹੈ, ਲੇਕਿਨ ਉਹ ਸਾਡੀ ਆਲ ਇੰਡੀਆ ਦੀ ਬਾਡੀ, ਉਹਨਾਂ ਆਲ ਇੰਡੀਆ ਦੇ ਐਂਗਲ ਲੈ ਕੇ ਸਾਰੀ ਗੱਲ ਕੀਤੀ ਹੈ। ਉਹ ਇਸ ਕਰਕੇ ਉਹਨੂੰ ਇਹਦੇ ਨਾਲ ਜੋੜਨਾ ਠੀਕ ਨਹੀਂ ਹੈ। ਹਾਂ, ਇਹ ਮਤਲਬ ਤੁਹਾਡੇ ਵਿੱਚ ਜੋ ਕੋਈ ਰੋਲ ਨਹੀਂ ਸੀਗਾ ਉਹਦੇ 'ਚ ਜਦੋਂ ਉਹਨੂੰ ਵੇਖੀਏ, ਉਹਦੇ 'ਚ ਵੀ ਇਹੀ ਹੈ ਕਿ ਪੰਜਾਬ ਦੇ ਸਾਰੇ ਹਿੱਤ ਜਿਹੜੇ ਨੇ ਉਹ ਪੂਰੇ ਸੁਰੱਖਿਅਤ ਰਹਿਣਗੇ। ਇਹ ਇਸ ਕਰਕੇ ਇਹ ਉਹਨਾਂ ਵੱਲੋਂ ਵੀ ਇਹ ਸਾਰੀ ਜਿਹੜੀ ਸੀ ਪੰਜਾਬ ਦੇ ਤੇ ਕਿਸਾਨੀ ਦੇ ਹਿੱਤ ਜਿਹੜੇ ਨੇ ਸੁਰੱਖਿਅਤ ਰਹਿਣ ਦੀ ਉਹਦੇ 'ਚ ਵੀ ਗੱਲ ਹੈ ਸੀ। ਸ਼ੁਕਰੀਆ। ਬਿਲਕੁਲ ਅੰਮ੍ਰਿਤ, ਉਹ ਵੀ ਚਿੱਠੀ ਬਾਰੇ ਵੀ ਇਹਨਾਂ ਨੇ ਸਾਫ਼ ਕਿਹਾ ਕਿ ਉਹ ਇੱਕ ਆਲ ਇੰਡੀਆ ਲੈਵਲ ਦੀ ਜਿਹੜੀ ਸੂਬਿਆਂ ਦੀ ਬਣੀ ਹੋਈ ਹੈ ਉਹਦੀ ਵਿੱਚ ਹੈ, ਇਹਨਾਂ ਦੇ ਕਿਤੇ ਸਾਈਨ, ਲੇਕਿਨ ਪੰਜਾਬ ਦੇ ਹਿੱਤਾਂ ਦੀ ਗੱਲ ਉੱਥੇ ਵੀ ਰੱਖੀ ਗਈ ਹੈ। ਤੇ ਖੁੱਲ ਕੇ ਆਪਣੀ ਗੱਲਬਾਤ ਵੀ ਕੀਤੀ ਹੈ, ਸਾਰੇ ਗਿਲੇ ਸ਼ਿਕਵੇ ਦੀ ਗੱਲ ਕੀਤੀ, ਜਿਹੜਾ ਵਿਰੋਧ ਹੋਇਆ ਉਹਦੇ ਵੀ ਉਹਨਾਂ ਨੇ ਦੱਸਿਆ ਕਿ ਆਪਣੇ ਨੇ, ਮਨਾ ਲਾਂਗੇ, ਨਾਰਾਜ਼ਗੀ ਜਿਹੜੀ ਹੈ ਦੂਰ ਕਰ ਲਾਂਗੇ, ਹੁਣ ਉਹ ਕਮੇਟੀ ਦੇ ਮੈਂਬਰ ਨਹੀਂ ਨੇ। ਜੀ।